किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। पंजवें कांड दा तीजा भाग वेद पुराण सिमरतियां आदि धर्म ग्रंथ अते गुरबाणी। भाग चौथा हिंदू धर्म के ग्रंथां दा न्यारा लिखण ढंग। वाहिगुरू जी का खालसा वाहिगुरू जी की फतेह। ब्राह्मण का कथन है कि वेद किसी विद्वान के हत्थां की लिखत नहीं हैं, सगों ये सारे धर्म ग्रंथ अवतारां वांग ही करामाती शक्ति नाल प्रगट होए सन। जिन्हां धर्म ग्रंथां दे लिखे जाण बारे इहो जिहा कोरा झूठ जुड़िया होया होवे, उन्हां दी बाणी ते शरधा रखण वाले किड्डे कु भरोसेयोग होणगे। अणहोणियां अते मनोकल्पित कथा कहाणियां नाल जोड़े हुए इस वेद ज्ञान नूं ब्राह्मण सर्वश्रेष्ठ अथवा ईश्वरी हुक्म दसदा है। पर गुरबाणी का फरमान है कि वेदां दे ज्ञान ने लोकां नूं परमात्मा की अनन भगती तो वांझिया रख के नाशवंत माया के झूठे इंद्र जाल विच फसाया है अते उन्हां नूं कर्म कांडी रुचियां वाला बनाया है। नंबर 1 त्रै गुण बाणी वेद विचार ਵੇਖਿਆ मैल ਵਿਖਿਆ वापार मर जन्मे फिर हुए खुआर गुरमुख तुरिया गुण उर तार। पन्ना 1262। अर्थ ਜਿਹੜੇ ਪੰਡਤ ਆਦਿਕ ਲੋਕ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਰੱਖਣ ਵਾਲੀ ਵੇਦ ਬਾਣੀ ਦੀ ਵਿਚਾਰ ਕਰਦੇ ਰਹਿੰਦੇ ਹਨ, ਉਹਨਾਂ ਦੇ ਮਨ ਨੂੰ ਮਾਇਆ ਦੇ ਮੋਹ ਦੀ ਮੈਲ ਸਦਾ ਚਿੰਬੜੀ ਰਹਿੰਦੀ ਹੈ। ਉਹਨਾਂ ਦੇ ਇਸ ਵਿਚਾਰ ਨੂੰ ਮਾਇਆ ਕਮਾਉਣ ਦਾ ਹੀ ਵਪਾਰ ਬਣਿਆ ਹੁੰਦਾ ਹੈ। ਅਜਿਹੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਅਤੇ ਖੁਆਰ ਹੁੰਦੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿੱਚ ਹਰ ਨਾਮ ਦਾ ਸਹਾਰਾ ਹੁੰਦਾ ਹੈ। ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ ਹੁੰਦੀ ਹੈ। ਵੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੇਂ ਜਮ ਡੰਡ ਸਹੈ ਮਰ ਜਨਮੈ ਵਾਰੋ ਵਾਰ। ਸਤਿਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ। ਪੰਨਾ 1276। ਅਰਥ ਲੋਕ ਵੇਦਾਂ ਦੀ ਬਾਣੀ ਵਿੱਚ ਪਰਚੇ ਰਹਿੰਦੇ ਹਨ। ਪਰਮਾਤਮਾ ਦਾ ਨਾਮ ਸਿਮਰਨ ਦੀ ਥਾਂ ਮਾਇਆ ਦੇ ਤਿੰਨਾਂ ਗੁਣਾਂ ਦੀ ਵਿਚਾਰ ਕਰਦੇ ਰਹਿਣ ਨਾਲ ਆਤਮਕ ਮੌਤ ਦਾ ਭੈ ਬਣਿਆ ਰਹਿੰਦਾ ਹੈ ਅਤੇ ਇਸ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਮੁਕਤੀ ਮਿਲ ਜਾਂਦੀ ਹੈ। ਵੇਦ ਪੁਕਾਰੇ ਤ੍ਰਿਬਦ ਮਾਇਆ ਮਨ ਮੁਖ ਨਾ ਬੂਝੈ ਦੂਜੈ ਭਾਇਆ ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣੇ ਬਿਨ ਬੂਝੇ ਦੁਖ ਪਾਵਣਿਆ। ਪੰਨਾ 128। ਅਰਥ ਪੰਡਤ ਵੇਦ ਆਦਿ ਧਰਮ ਪੁਸਤਕਾਂ ਨੂੰ ਉੱਚੀ ਉੱਚੀ ਪੜ੍ਹਦਾ ਹੈ। ਉਸ ਦੇ ਅੰਦਰ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਮਨੁੱਖ ਆਤਮਿਕ ਜੀਵਨ ਨੂੰ ਨਹੀਂ ਸਮਝਦੇ। ਉਹਨਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਹੀ ਟਿਕਿਆ ਰਹਿੰਦਾ ਹੈ। ਉਹ ਇਹਨਾਂ ਧਰਮ ਪੁਸਤਕਾਂ ਨੂੰ ਤ੍ਰੈ ਗੁਣੀ ਮਾਇਆ ਕਮਾਉਣ ਦੀ ਖਾਤਰ ਹੀ ਪੜ੍ਹਦੇ ਹਨ। ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦੇ। ਧਰਮ ਪੁਸਤਕਾਂ ਪੜ੍ਹਦੇ ਹੋਏ ਵੀ ਇਸ ਭੇਦ ਨੂੰ ਸਮਝਣ ਤੋਂ ਬਿਨਾਂ ਦੁੱਖ ਹੀ ਪਾਉਂਦੇ ਰਹਿੰਦੇ ਹਨ। ਪੰਡਤ ਮੈਲ ਨਾ ਚੁਕਈ ਜੇ ਵੇਦ ਪੜ੍ਹੇ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ। ਪੰਡਤ ਭੂਲੇ ਦੂਜੈ ਲਾਗੇ ਮਾਇਆ ਕੈ ਵਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆਂ ਮੁਹਿ ਗਵਾਰ। ਪੰਨਾ 647। ਅਰਥ ਗੁਰਦੇਵ ਜੀ ਨੇ ਬ੍ਰਾਹਮਣ ਨੂੰ ਸੰਬੋਧਨ ਕਰਕੇ ਫਰਮਾਇਆ ਹੈ ਕਿ ਵੇਦਾਂ ਦੀ ਬਾਣੀ ਤ੍ਰੈ ਗੁਣੀ ਮਾਇਆ ਰਜੋ ਤਮੋ ਸਤੋ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹੀ ਲਿਖੀ ਹੋਣ ਕਾਰਨ ਇਸ ਨਾਲ ਮਾਇਆ ਦੇ ਮੋਹ ਦਾ ਮੈਲ ਰੂਪੀ ਹੰਕਾਰ ਉਪਜਦਾ ਹੈ ਅਤੇ ਪ੍ਰਭੂ ਦਾ ਨਾਮ ਚੇਤੇ ਨਹੀਂ ਆਉਂਦਾ। ਪਦਾਰਥਾਂ ਦੀ ਤ੍ਰਿਸ਼ਨਾ ਵੱਧਦੀ ਹੈ। ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰ ਵੇਦ ਕਥੈ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਪੰਨਾ 154। ਅਰਥ ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ,
ਮਨੁੱਖ ਉਸ ਤ੍ਰੈਗੁਣੀ ਸੰਸਾਰ ਨਾਲ ਹੀ ਹਿੱਤ ਕਰਦਾ ਹੈ ਅਤੇ ਜੰਮਦਾ ਮਰਦਾ ਰਹਿੰਦਾ ਹੈ। ਵੇਦਾਂ ਦੇ ਅਜਿਹੇ ਗਿਆਤਾ ਜੋ ਵੀ ਵਿਖਿਆਨ ਕਰਦੇ ਹਨ, ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ। ਜਿਸ ਅਵਸਥਾ ਵਿੱਚ ਜੀਵ ਆਤਮਾ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਤਾਂ ਗੁਰੂ ਦੀ ਸ਼ਰਨ ਪੈ ਕੇ ਹੀ ਮਿਲਦੀ ਹੈ ਅਤੇ ਪ੍ਰਭੂ ਨਾਲ ਪਿਆਰ ਬਣਦਾ ਹੈ। ਇਹਨਾਂ ਗੁਰੂ ਸ਼ਬਦਾਂ ਤੋਂ ਵੇਦਾਂ ਦੀ ਬਾਣੀ ਲੋਕਾਂ ਨੂੰ ਪ੍ਰਭੂ ਦੀ ਭਗਤੀ ਨਾਲ ਜੋੜਨ ਦੀ ਬਜਾਏ ਮਾਇਆ ਦੇ ਮੋਹ ਵਿੱਚ ਫਸਾ ਕੇ ਪ੍ਰਭੂ ਦੇ ਨਾਮ ਤੋਂ ਦੂਰ ਕਰ ਦੇਣ ਵਾਲੀ ਸਾਬਤ ਹੋਈ ਹੈ। ਹੁਣ ਗੁਰਬਾਣੀ ਦੇ ਉਹ ਸ਼ਬਦ ਵਿਚਾਰਦੇ ਹਾਂ ਜਿਨ੍ਹਾਂ ਵਿੱਚ ਗੁਰਦੇਵ ਜੀ ਨੇ ਧਰਮ ਸ਼ਾਸਤਰਾਂ ਨੂੰ ਕਰਮਕਾਂਡੀ ਬੰਧਨਾਂ ਵਿੱਚ ਜਕੜਨ ਵਾਲੇ ਅਜਿਹੀ ਕੈਦ ਰੂਪੀ ਬੰਧਨ ਕਿਹਾ ਹੈ, ਜਿਸ ਨੂੰ ਹਥਿਆਰ ਬਣਾ ਕੇ ਪੁਰੋਹਿਤ ਲੋਕਾਂ ਨੂੰ ਲੁੱਟ ਰਹੇ ਹਨ। ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ। ਪੰਨਾ 1371। ਅਰਥ, ਧਰਤੀ ਦੇ ਲੋਕਾਂ ਲਈ ਬ੍ਰਾਹਮਣਾਂ ਦੇ ਧਰਮ ਗ੍ਰੰਥ ਮਾਨੋ ਕੈਦਖਾਨੇ ਹਨ। ਇਨ੍ਹਾਂ ਸ਼ਾਸਤਰਾਂ ਆਦਿ ਵਿੱਚ ਸਿਆਹੀ ਨਾਲ ਲਿਖੀ ਹੋਈ ਕਰਮਕਾਂਡੀ ਮਰਜ਼ਾਦਾ ਮਾਨੋ ਉਸ ਕੈਦਖਾਨੇ ਦੇ ਬੰਦ ਦਰਵਾਜ਼ੇ ਹਨ। ਪੱਥਰ ਦੀਆਂ ਮੂਰਤੀਆਂ ਦੀ ਪੂਜਾ ਵਿੱਚ ਲਾ ਕੇ ਲੋਕਾਂ ਨੂੰ ਪ੍ਰਭੂ ਭਗਤੀ ਤੋਂ ਦੂਰ ਕਰ ਰਿਹਾ ਹੈ। ਬ੍ਰਾਹਮਣ ਲੋਕ ਡਾਕੇ ਮਾਰ ਰਹੇ ਹਨ, ਭਾਵ ਸਾਦਾ ਸੁਭਾਅ ਲੋਕਾਂ ਨੂੰ ਸ਼ਾਸਤਰਾਂ ਦੀ ਮਰਜ਼ਾਦਾ ਤੇ ਮੂਰਤੀ ਪੂਜਾ ਵਿੱਚ ਲਾ ਕੇ ਦਾਨ ਦਕਸ਼ਣਾ ਦੇ ਬਹਾਨਿਆਂ ਨਾਲ ਉਹਨਾਂ ਨੂੰ ਲੁੱਟ ਰਿਹਾ ਹੈ, ਉਹਨਾਂ ਦੇ ਕੱਪੜੇ ਉਤਾਰ ਰਿਹਾ ਹੈ, ਉਹਨਾਂ ਦਾ ਲਹੂ ਨਿਚੋੜ ਰਿਹਾ ਹੈ। ਇਹ ਕਾਗਜ਼ ਦੀ ਓਬਰੀ ਭਾਵ ਕੈਦਖਾਨੇ ਦੀ ਕੈਦ ਕਿਹੋ ਜਿਹੀ ਸੀ, ਇਹ ਸਮਝ ਇਸ ਸ਼ਬਦ ਤੋਂ ਪੈ ਰਹੀ ਹੈ। ਸ਼ਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰੋ ਖਟ ਕਰਮ ਦ੍ਰਿੜਈਆ। ਮਨਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਭ ਭਾਰ ਬੁਡਈਆ। ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਹਉਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਪੰਨਾ 834। ਅਰਥ, ਹੇ ਭਾਈ, ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਇਸੇ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਖਟ ਕਰਮ ਧਰਮ ਕਮਾਇਆ ਕਰੋ। ਉਹ ਇਹਨਾਂ 6 ਧਾਰਮਿਕ ਕਰਮਾਂ ਬਾਰੇ ਭਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਇਸੇ ਭਟਕਣਾ ਵਿੱਚ ਪਏ ਖੁਆਰ ਹੁੰਦੇ ਹਨ। ਉਹਨਾਂ ਦੀ ਜ਼ਿੰਦਗੀ ਦੀ ਬੇੜੀ ਆਪਣੇ ਹੀ ਰਚੇ ਪਖੰਡ ਵਾਲੇ ਚੱਕਰਵਿਊਹ ਦੇ ਭਾਰ ਨਾਲ ਲੋਭ ਦੀ ਲਹਿਰ ਵਿੱਚ ਡੁੱਬ ਜਾਂਦੀ ਹੈ। ਹੇ ਭਾਈ, ਪਰਮਾਤਮਾ ਦਾ ਨਾਮ ਜਪਿਆ ਕਰੋ। ਨਾਮ ਵਿੱਚ ਜੁੜ ਕੇ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰੋਗੇ। ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਟਿਕਾਈ ਰੱਖੋ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਹਰ ਨਾਮ ਹੀ ਸਿਮਰਤ ਸ਼ਾਸਤਰਾਂ ਆ ਸਾਰੇ ਧਰਮ ਗ੍ਰੰਥਾਂ ਦਾ ਉਪਦੇਸ਼ ਹੈ, ਭਾਵ ਗੁਰਮੁਖ ਵਾਸਤੇ ਗੁਰੂ ਦੀ ਦਿੱਤੀ ਸਿੱਖਿਆ ਹੀ ਸਭ ਕੁਝ ਹੈ। ਗੁਰੂ ਦੇ ਦਿੱਤਾ ਨਾਮ ਹੀ ਸਭ ਕੁਝ ਹੈ। ਕਰਮਕਾਂਡੀ ਸਿੱਖਿਆ ਦੇਣ ਵਾਲਿਆਂ ਇਹਨਾਂ ਬ੍ਰਾਹਮਣੀ ਧਰਮ ਗ੍ਰੰਥਾਂ ਨਾਲ ਗੁਰਮੁਖਾਂ ਨੂੰ ਕੀ ਵਾਸਤਾ। ਹਰ ਨਾਮ ਦੇ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਭਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਪੰਨਾ 329। ਅਰਥ, ਹੇ ਵੀਰ, ਇਹ ਸਿਮਰਤੀ ਜੋ ਵੇਦਾਂ ਦੇ ਆਧਾਰ 'ਤੇ ਬਣੀ ਹੈ, ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਮਾਨੋ ਸੰਗਲ ਤੇ ਕਰਮ ਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੈ। ਕਬੀਰ ਮਾਏ ਮੁੰਡੋਂ ਤਹਿ ਗੁਰੂ ਕੀ, ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਹੁ ਵੇਦ ਮੈਂ, ਚੇਲੇ ਦੀਏ ਬਹਾਏ। ਪੰਨਾ 1369। ਨੋਟ, ਕਬੀਰ ਜੀ ਦੇ 102 ਨੰਬਰ ਸਲੋਕ ਤੋਂ ਚੱਲਦੇ ਆ ਰਹੇ ਖਿਆਲ ਦੀ ਲੜੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਸ ਪਾਵਨ ਸਲੋਕ ਦੇ ਅਰਥ ਇਸ ਪ੍ਰਕਾਰ ਲਿਖੇ ਹਨ। ਅਰਥ, ਹੇ ਕਬੀਰ, ਜਨੇਊ ਆਦਿਕ ਦੇ ਕੇ ਕਰਮਕਾਂਡ ਦਾ ਰਾਹ ਦੱਸ ਕੇ ਬ੍ਰਾਹਮਣ ਸਿਰਫ ਦੁਨੀਆਦਾਰਾਂ ਦਾ ਹੀ ਗੁਰੂ ਬਣ ਸਕਦਾ ਹੈ। ਭਗਤੀ ਕਰਨ ਵਾਲਿਆਂ ਦਾ ਉਪਦੇਸ਼ ਦਾਤਾ ਬ੍ਰਾਹਮਣ ਨਹੀਂ ਬਣ ਸਕਦਾ, ਕਿਉਂਕਿ
ਇਹ ਤਾਂ ਆਪ ਹੀ ਚੌਹਾਂ ਵੇਦਾਂ ਦੇ ਜਗ ਆਦਿਕ ਕਰਮ ਕਾਂਡਾਂ ਦੀਆਂ ਉਲਝਣਾਂ ਨੂੰ ਸੋਚ ਕੇ ਇਹਨਾਂ ਵਿੱਚ ਹੀ ਖੱਪ ਕੇ ਆਤਮਕ ਮੌਤ ਮਰ ਚੁੱਕਾ ਹੈ। ਇਹਨਾਂ ਦੀ ਆਪਣੀ ਹੀ ਜਿੰਦ ਪ੍ਰਭੂ ਮਿਲਾਪ ਦਾ ਆਨੰਦ ਨਹੀਂ ਮਾਣ ਸਕੀ। ਇਹ ਭਗਤਾਂ ਨੂੰ ਉਹ ਆਤਮਕ ਹੁਲਾਰਾ ਕਿਵੇਂ ਦਿਵਾ ਸਕਦਾ ਹੈ? ਇਸ ਸ਼ਲੋਕ ਵਿੱਚ ਉਸ ਬ੍ਰਾਹਮਣ ਗੁਰੂ ਦਾ ਨਾਮ ਵੀ ਦੱਸਿਆ ਹੈ ਜੋ ਜਨਤਾ ਨੂੰ ਪੁੱਠੇ ਰਸਤੇ ਤੋਰ ਕੇ ਅਗਿਆਨਤਾ ਦੇ ਖੂਹ ਵਿੱਚ ਸੁੱਟ ਰਿਹਾ ਸੀ। ਵੇਦਕ ਕਰਮ ਕਾਂਡਾਂ ਦੀ ਘੁੰਮਣ ਘੇਰੀ ਵਿੱਚ ਉਲਝਾਉਣ ਵਾਲੇ ਵਿਪਰ ਦੀ ਰੀਤ ਤੋਂ ਬਚੇ ਰਹਿਣ ਦਾ ਬਹੁਮੁੱਲਾ ਉਪਦੇਸ਼ ਹੈ। ਕਬੀਰ ਸਾਹਿਬ ਨੇ ਉਸ ਦੇ ਮਾਇਆ ਜਾਲ ਤੋਂ ਬਚ ਕੇ ਪ੍ਰਭੂ ਦੀ ਯਾਦ ਦਾ ਆਸਰਾ ਲੈਣਾ ਹੀ ਸਰਬ ਸ੍ਰੇਸ਼ਟ ਫਰਮਾਇਆ ਹੈ। ਇੱਕ ਹੋਰ ਪੱਖ ਅਲੋਕਾਰ ਢੰਗ ਨਾਲ ਵੇਦ ਨੂੰ ਬ੍ਰਹਮਾ ਦੇ ਉਚਾਰੇ ਹੋਏ ਦੱਸ ਕੇ ਉਸ ਦੀ ਸਿੱਖਿਆ ਦਾ ਭਰਮ ਪਾ ਕੇ ਜਿੱਥੇ ਲੋਕਾਂ ਨੂੰ ਕਰਮਕਾਂਡੀ ਬਣਾ ਕੇ ਪਰਮਾਤਮਾ ਦੀ ਭਗਤੀ ਤੋਂ ਦੂਰ ਕਰ ਰਿਹਾ ਸੀ, ਉੱਥੇ ਪਾਪ ਕਰਮਾਂ ਤੇ ਪੁੰਨ ਕਰਮਾਂ ਦੇ ਝਮੇਲੇ ਵਿੱਚ ਪਾ ਕੇ ਵੱਖਰੀ ਕਿਸਮ ਦੀ ਲੁੱਟ ਵੀ ਬ੍ਰਾਹਮਣ ਨੇ ਆਰੰਭੀ ਹੋਈ ਸੀ ਅਤੇ ਇਸੇ ਭਰਮ ਨੂੰ ਪੱਕਿਆਂ ਕਰਨ ਵਾਸਤੇ ਝੂਠੀਆਂ ਅਤੇ ਨਿਰਮੂਲ ਕਥਾ ਕਹਾਣੀਆਂ ਘੜੀਆਂ ਹੋਈਆਂ ਸਨ। ਗੁਰਦੇਵ ਜੀ ਦਾ ਫਰਮਾਨ ਹੈ, ਕਥਾ ਕਹਾਣੀ ਵੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਲੈਣਾ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ, ਭਰਮ ਭਵੈ ਸੰਸਾਰ, ਅੰਮ੍ਰਿਤ ਬਾਣੀ ਤਤ ਬਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੇ ਵਿੱਚ ਰੱਖੈ, ਹੁਕਮੇ ਅੰਦਰ ਵੇਖੈ, ਨਾਨਕ ਅੱਗੋਂ ਹਉਮੈ ਟੁੱਟੈ, ਤਾਂ ਕੋ ਲਿਖਿਆ ਲੇਖੈ। ਪੰਨਾ 1243। ਅਰਥ ਜੋ ਤਾਲੀਮ ਵੇਦਾਂ ਨੇ ਲਿਆਂਦੀ ਭਾਵ ਦਿੱਤੀ, ਉਸ ਵਿੱਚ ਇਹ ਵਿਚਾਰ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਉਸ ਨੇ ਇਹ ਦੱਸਿਆ ਕਿ ਹੱਥੋਂ ਦੇ ਕੇ ਹੀ ਮੁੜ ਲਈਦਾ ਹੈ। ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ ਅਗਲੇ ਜਨਮ ਵਿੱਚ ਮੋੜਦੇ ਹਾਂ। ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਵਿੱਚ ਜਾਂ ਸੁਰਗ ਵਿੱਚ ਅਪੜੀਦਾ ਹੈ। ਇਸ ਗਿਆਨ ਅਨੁਸਾਰ ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਈ ਕਿਸਮਾਂ ਦੇ ਵਹਿਮਾਂ ਵਿੱਚ ਖੁਆਰ ਹੁੰਦੀ, ਪਰ ਜੋ ਬਾਣੀ ਗੁਰੂ ਗੁਰਮੁਖ ਨੇ ਉਚਾਰੀ ਹੈ, ਜਿਸ ਦੇ ਡੂੰਘੇ ਭੇਦ ਨੂੰ ਗੁਰੂ ਗੁਰਮੁਖ ਨੇ ਸਮਝਿਆ ਹੈ ਤੇ ਜਿਸ ਨੂੰ ਸੁਰਤਿਆਂ ਨੇ ਕਮਾਇਆ ਹੈ, ਉਹ ਬਾਣੀ ਨਾਮ ਅੰਮ੍ਰਿਤ ਨਾਲ ਭਰੀ ਹੋਈ ਹੈ ਤੇ ਪ੍ਰਗਟ ਹੋਈ ਹੈ। ਇਹ ਬਾਣੀ ਦੱਸਦੀ ਹੈ ਕਿ ਪਰਮਾਤਮਾ ਨੇ ਆਪਣਾ ਹੁਕਮ ਨਿਜਮ ਰੂਪ ਸੱਤਿਆ ਸਾਜ ਕੇ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ ਅਤੇ ਹੁਕਮ ਵਿੱਚ ਹੀ ਸਭ ਦੀ ਸੰਭਾਲ ਕਰਦਾ ਹੈ। ਇਸ ਬਾਣੀ ਦੀ ਬਰਕਤ ਨਾਲ ਪਹਿਲਾਂ ਜੀਵ ਦੀ ਹਉਮੈ ਦੂਰ ਹੁੰਦੀ ਹੈ, ਜਿਸ ਕਾਰਨ ਜੀਵ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ। ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ, ਸੱਚ ਬੀਜੈ ਸੱਚ ਉਗਵੈ, ਦਰਗਾ ਪਾਈਐ ਥਾਉ। ਵੇਦ ਵਪਾਰੀ ਗਿਆਨ ਰਾਸ, ਕਰਮੀ ਪੱਲੇ ਹੋਏ, ਨਾਨਕ ਰਾਸੀ ਬਹਰਾ, ਲੱਦ ਨ ਚੱਲਿਆ ਕੋਏ। ਪੰਨਾ 1243। ਅਰਥ ਵੇਦ ਦੀ ਤਾਲੀਮ ਇਹ ਹੈ ਕਿ ਜੀਵ ਦਾ ਕੀਤਾ ਹੋਇਆ ਪੁੰਨ ਕਰਮ ਉਸ ਵਾਸਤੇ ਸੁਰਗ ਮਿਲਣ ਦਾ ਸਬੱਬ ਬਣਦਾ ਹੈ ਤੇ ਪਾਪ ਜੀਵ ਲਈ ਨਰਕ ਵਿੱਚ ਪੈਣ ਦਾ ਕਾਰਨ ਬਣ ਜਾਂਦਾ ਹੈ। ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ ਖਾਣ ਵਾਲਾ ਹਰੇਕ ਜੀਵ ਆਪ ਹੀ ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉਗਦਾ ਹੈ। ਸੋ ਇਸ ਕਰਮ ਕਾਂਡ ਦੀ ਤਾਲੀਮ ਵਿੱਚ ਪ੍ਰਭੂ ਦੀ ਸਿਫਤ ਸਲਾਹ ਅਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ, ਪਰ ਗੁਰੂ ਦਾ ਬਖਸ਼ਿਆ ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ ਉਸ ਦੀ ਸਿਫਤ ਸਲਾਹ ਕਰਦਾ ਹੈ ਤੇ ਦੱਸਦਾ ਹੈ ਕਿ ਜੋ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿੱਚ ਬੀਜਦਾ ਹੈ, ਉਸ ਦੇ ਅੰਦਰ ਨਾਮ ਹੀ ਪ੍ਰਫੁੱਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ। ਸੋ ਪਾਪ ਪੁੰਨ ਦੇ ਫਲ ਦੱਸ ਕੇ ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ, ਪਰ ਮਨੁੱਖ ਲਈ ਅਸਲ ਰਾਸ ਪੂੰਜੀ ਪ੍ਰਭੂ ਦੇ ਗੁਣਾਂ ਦਾ ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਮਿਲਦਾ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਇਸ ਗਿਆਨ ਰੂਪੀ ਪੂੰਜੀ ਤੋਂ ਬਿਨਾਂ ਕੋਈ ਮਨੁੱਖ ਜਗਤ ਤੋਂ ਨਫਾ ਖੱਟ ਕੇ ਨਹੀਂ ਜਾਂਦਾ। ਆਨੰਦ ਸਾਹਿਬ ਦੀ 27ਵੀਂ ਪੌੜੀ ਵਿੱਚ ਇਨ੍ਹਾਂ ਗ੍ਰੰਥਾਂ ਦੇ ਬਾਰੇ ਹੀ ਲਿਖਿਆ ਹੈ
ਕਿ ਪਰਮਾਤਮਾ ਦੀ ਸਾਰ ਸਮਝਣ ਦੀ ਥਾਂ ਪਾਪ ਪੁੰਨ ਤੇ ਵਿਚਾਰ ਅਤੇ ਤ੍ਰੈਗੁਣੀ ਮਾਇਆ ਦੇ ਮੋਹ ਵਿੱਚ ਹੀ ਸੰਸਾਰ ਨੂੰ ਮਸਤ ਰੱਖਣ ਦਾ ਗਿਆਨ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਪੰਨਾ 920। ਸੁਆਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਜੋ ਸੰਸਕ੍ਰਿਤ ਦੇ ਉੱਚ ਕੋਟੀ ਦੇ ਵਿਦਵਾਨ ਸਨ, ਉਹਨਾਂ ਨੇ ਸਾਰੀ ਉਮਰ ਵੇਦਾਂ ਸ਼ਾਸਤਰਾਂ ਸਿਮਰਤੀਆਂ ਆਦਿ ਦਾ ਬੜਾ ਡੂੰਘਾ ਮੁਤਾਲਿਆ ਕੀਤਾ ਅਤੇ ਕਈ ਗ੍ਰੰਥ ਲਿਖੇ। ਪਰ ਜਦ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਵੇਦਾਂ ਦੀ ਬਾਣੀ ਤੋਂ ਇੰਨੇ ਉਪਰਾਮ ਹੋ ਗਏ ਕਿ ਉਹਨਾਂ ਪ੍ਰਤੀ ਬੜੇ ਸਖਤ ਰੋਸ ਅਤੇ ਸ਼ੰਕੇ ਪ੍ਰਗਟ ਕਰਦਿਆਂ ਇੱਕ ਪੁਸਤਕ ਲਿਖੀ, ਜਿਸ ਦਾ ਨਾਮ ਸਰਵੋਤਮ ਧਰਮ ਗ੍ਰੰਥ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਅਤੇ ਕੇਸ ਰੱਖ ਕੇ ਸਿੱਖੀ ਰੂਪ ਧਾਰਨ ਕਰ ਲਿਆ। ਕਿੱਡੇ ਦੁੱਖ ਵਾਲੀ ਸਥਿਤੀ ਬਣ ਰਹੀ ਹੈ ਕਿ ਸਿੱਖੀ ਸਰੂਪ ਵਾਲੇ ਪ੍ਰਚਾਰਕ ਗੁਰੂ ਦੀ ਸਟੇਜ ਤੋਂ ਹੀ ਪੁਰਾਣਕ ਗਥਾਵਾਂ ਦੀ ਅਤੇ ਇਹਨਾਂ ਪੁਰਾਣਕ ਗ੍ਰੰਥਾਂ ਦੀ ਮਹਿਮਾ ਕਰਕੇ ਪੰਥ ਵਿੱਚ ਵਿਪਰਨ ਕੀ ਰੀਤ ਵਾੜਨ ਦੇ ਭਰਪੂਰ ਯਤਨ ਕਰ ਰਹੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਹੋਰ ਵੀ ਕਈ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਮਨੁੱਖ ਨੂੰ ਵੇਦਾਂ ਆਦਿ ਬ੍ਰਾਹਮਣੀ ਧਰਮ ਗ੍ਰੰਥਾਂ ਦੀ ਕਰਮਕਾਂਡੀ ਸਿੱਖਿਆ 'ਤੇ ਚੱਲਣ ਨਾਲੋਂ ਅਕਾਲ ਪੁਰਖ ਦੀ ਕੇਵਲ ਹਸਤੀ ਨੂੰ ਹਿਰਦੇ ਵਿੱਚ ਵਸਾ ਕੇ ਉਸ ਦੀਆਂ ਵਡਿਆਈਆਂ ਦਾ ਚਿੰਤਨ ਕਰਦਿਆਂ ਆਪਣੀ ਜੀਵਨ ਜੁਗਤ ਨੂੰ ਸੰਵਾਰਨ ਦਾ ਉਪਦੇਸ਼ ਦਿੱਤਾ ਹੋਇਆ ਹੈ। ਭਾਗ ਚੌਥਾ। ਹਿੰਦੂ ਧਰਮ ਦੇ ਗ੍ਰੰਥਾਂ ਦਾ ਨਿਆਰਾ ਲਿਖਣ ਢੰਗ। ਸਾਰੇ ਧਰਮ ਗ੍ਰੰਥਾਂ ਦਾ ਲਿਖਣ ਢੰਗ ਬੜਾ ਵਿਚਿੱਤਰ ਹੈ। ਇਹਨਾਂ ਸਾਰੇ ਹੀ ਗ੍ਰੰਥਾਂ ਪ੍ਰਤੀ ਹੇਠ ਲਿਖੇ ਸ਼ੰਕਿਆਂ ਦਾ ਤਸੱਲੀ ਬਖਸ਼ ਉੱਤਰ ਨਹੀਂ ਮਿਲਿਆ। ਨੰਬਰ 1। ਕੀ ਵਿਸ਼ਵਾਸ ਅਤੇ ਤਸੱਲੀ ਵਾਲਾ ਕਿਤੋਂ ਇਹ ਪਤਾ ਲੱਗ ਸਕਦਾ ਹੈ ਕਿ ਕਿਹੜਾ ਗ੍ਰੰਥ ਕਿੱਥੋਂ ਦੇ ਵਾਸੀ ਕਿਸ ਮਨੁੱਖ ਨੇ ਲਿਖਿਆ? ਨੰਬਰ 2। ਕੀ ਕਾਰਨ ਹੈ ਕਿ ਲਗਭਗ ਸਾਰੇ ਹਿੰਦੂ ਗ੍ਰੰਥ ਅਸਮਾਨੀ ਸੁਰਗ ਆਦਿ ਦੇਸ਼ਾਂ ਤੋਂ ਆਏ ਦੱਸੇ ਗਏ ਹਨ? ਕਿਸ ਕਾਰਨ ਇਹ ਕਲਪਤ ਅਸਮਾਨੀ ਸ਼ਕਤੀਆਂ ਦੇ ਵਿਚਕਾਰ ਹੋਈ ਵਾਰਤਾਲਾਪ ਦਾ ਹੀ ਰੂਪ ਹਨ? ਇਹ ਕਿਵੇਂ ਪਤਾ ਲੱਗੇ ਕਿ ਦੇਵਤਿਆਂ ਅਥਵਾ ਭਗਵਾਨਾਂ ਦੇ ਵਿਚਕਾਰ ਕੋਈ ਵਾਰਤਾਲਾਪ ਕਿਸ ਨੇ ਸੁਣੀ ਅਤੇ ਲਿਖਾਰੀ ਤੱਕ ਕਿਵੇਂ ਪੁੱਜੀ? ਨੰਬਰ 3। ਬੜੀਆਂ ਮਹਾਨ ਹਸਤੀਆਂ ਪਾਂਡੋ, ਵਿਆਸ ਆਦਿ ਰਿਖੀ, ਦਰੋਣਾਚਾਰੀਆ, ਸੀਤਾ, ਦ੍ਰੋਪਦੀ ਆਦਿ ਦੇਵਤਿਆਂ ਅਤੇ ਅਵਤਾਰਾਂ ਦੀ ਪੈਦਾਇਸ਼ ਦਾ ਢੰਗ ਅਤੇ ਉਹਨਾਂ ਦੇ ਹੋਰ ਕਰਾਮਾਤੀ ਕਾਰਨਾਮੇ ਪ੍ਰਕਿਰਤਕ ਨੇਮਾਂ ਦੇ ਉਲਟ ਵਾਪਰਨ ਅਤੇ ਗ੍ਰੰਥਾਂ ਵਿੱਚ ਲਿਖੇ ਜਾਣ ਦਾ ਕੀ ਕਾਰਨ ਸੀ? ਫਿਰ ਅਜਿਹੇ ਢੰਗ ਨਾਲ ਬੱਚੇ ਪੈਦਾ ਹੋਣੋਂ ਕਿਹੜੇ ਯੁੱਗ ਵਿੱਚ ਬੰਦ ਹੋਏ? ਦੁਨੀਆ ਦੇ ਹੋਰ ਧਰਮਾਂ ਦੇ ਗ੍ਰੰਥ ਉਸ ਦੇਸ਼ ਦੀ ਮਾਤਰੀ ਭਾਸ਼ਾ ਵਿੱਚ ਲਿਖੇ ਗਏ, ਪਰ ਹਿੰਦੂ ਕੌਮ ਦੇ ਸਾਰੇ ਧਰਮ ਗ੍ਰੰਥ ਮਾਤ ਭਾਸ਼ਾ ਨੂੰ ਛੱਡ ਕੇ ਕਿਸੇ ਵਿਰਲੇ ਮਨੁੱਖ ਦੀ ਹੀ ਸਮਝ ਵਿੱਚ ਆਉਣ ਵਾਲੀ ਬੋਲੀ ਸੰਸਕ੍ਰਿਤ ਵਿੱਚ ਲਿਖਣ ਦਾ ਕਾਰਨ ਕੀ ਸੀ? ਨੰਬਰ 5। ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ 'ਤੇ ਸ਼ੂਦਰ ਇਸਤਰੀ ਆਦਿ 'ਤੇ ਪਾਬੰਦੀਆਂ ਲਾਉਣ ਦਾ ਨਿਰਾਲਾ ਢੰਗ ਵਰਤਣ ਦਾ ਕੀ ਕਾਰਨ ਸੀ? ਫਿਰ ਵਿਦਿਆ ਦੇ ਪੜ੍ਹਨ ਪੜ੍ਹਾਉਣ ਦਾ ਅਧਿਕਾਰ ਸਿਰਫ ਬ੍ਰਾਹਮਣ ਨੂੰ ਦੇ ਕੇ ਬਾਕੀ ਜਨਤਾ ਨੂੰ ਅਨਪੜ੍ਹ ਰੱਖਣ ਵਿੱਚ ਕੀ ਭੇਦ ਸੀ? ਨੰਬਰ 6। ਸਾਰੇ ਹੀ ਉਕਤ ਗ੍ਰੰਥਾਂ ਵਿੱਚ ਥਾਂ ਥਾਂ 'ਤੇ ਬ੍ਰਾਹਮਣ ਦੀ ਮਹਿਮਾ ਕਰਨ ਦਾ ਅਤੇ ਇਸ ਨੂੰ ਦਾਨ ਦੇਣ ਵਿੱਚ ਕਲਿਆਣ ਲੁਕੀ ਹੋਈ ਦੱਸਣ ਦਾ ਕੀ ਕਾਰਨ ਸੀ? ਉਹੀ ਬ੍ਰਾਹਮਣ ਅੱਜ ਉਸੇ ਤਰ੍ਹਾਂ ਕਿਉਂ ਨਹੀਂ ਪੂਜਿਆ ਜਾਂਦਾ? ਨੰਬਰ 7। ਧਰਮ ਗ੍ਰੰਥਾਂ ਵਿੱਚ ਲਿਖ ਕੇ ਰਾਜੇ, ਮਹਾਰਾਜਿਆਂ, ਦੇਵਤਿਆਂ ਅਥਵਾ ਅਵਤਾਰਾਂ ਨੂੰ ਵੀ ਬ੍ਰਾਹਮਣ ਦੇ ਚਰਨ ਧੋਂਦੇ ਦਰਸਾਉਣ ਦਾ ਕੀ ਕਾਰਨ ਸੀ? ਅੱਜ ਵੀ ਤਾਂ ਉਹੀ ਬ੍ਰਾਹਮਣ ਹੈ ਜਿਸ ਨੂੰ ਬੜਾ ਘੱਟ ਆਦਰ ਮਿਲ ਰਿਹਾ। ਸਗੋਂ ਕਹਾਵਤ ਬਣੀ ਹੋਈ ਹੈ ਕਿ ਜੇ ਜਾਂਦੇ ਨੂੰ ਅੱਗੋਂ ਬ੍ਰਾਹਮਣ ਮਿਲ ਪਵੇ ਤਾਂ ਕੋਈ ਦੁਰਘਟਨਾ ਵਾਪਰਦੀ ਹੈ। ਫਿਰ ਇਹਨਾਂ ਸਾਰੇ ਗ੍ਰੰਥਾਂ ਵਿੱਚ ਬ੍ਰਾਹਮਣ ਦੀ ਸਰਬ ਉੱਚਤਾ ਦਰਸਾਉਣ ਦਾ ਕੀ ਕਾਰਨ ਸੀ? ਨੰਬਰ 8। ਮਨੁ ਸਿਮਰਤੀ ਵਿੱਚ ਬਿਨਾਂ ਕੋਈ ਕਾਰਨ ਲਿਖਿਆ ਬ੍ਰਾਹਮਣ ਨੂੰ ਸਾਰੇ ਸਮਾਜ ਵਿੱਚ ਹਰ ਪ੍ਰਕਾਰ ਦਾ ਉਚੇਚਾ ਥਾਂ ਅਤੇ ਉਚੇਚੇ ਅਧਿਕਾਰ ਦੇਣ ਦੇ ਨਾਲ ਉਸ ਨੂੰ ਨਿਹਕਲੰਕ ਘੋਸ਼ਿਤ ਕਰ ਦੇਣ ਦਾ ਕੀ ਕਾਰਨ ਸੀ? ਨੰਬਰ 9। ਇਸ ਭੁਲੇਖੇ ਨੂੰ ਸਾਫ਼ ਨਾ ਕੀਤੇ ਜਾਣ ਨਾਲ ਕੀ ਇਹ ਸ਼ੱਕ ਪੱਕਾ ਨਹੀਂ ਹੁੰਦਾ ਕਿ ਅਜਿਹੀਆਂ ਪਾਬੰਦੀਆਂ ਨਾਲ ਸਭ ਕੁਝ ਲਿਖਣ ਵਿੱਚ ਲਿਖਾਰੀ ਵਿਦਵਾਨ ਦੀ ਕੋਈ ਨਿੱਜ ਸਵਾਰਥ ਵਾਲੀ ਡੂੰਘੀ ਸਾਜ਼ਿਸ਼ ਲੁਕੀ ਹੋਈ ਸੀ? ਨੰਬਰ 10।
ਕਿ ਦੁਨੀਆ ਦੇ ਕਿਸੇ ਹੋਰ ਧਰਮ ਦੇ ਗ੍ਰੰਥ ਵੀ ਕਿਸੇ ਦੇਵਤੇ ਨੇ ਲਿਖੇ ਹਨ ਜਾਂ ਲਿਖਵਾਏ ਹਨ ਕਿ ਲੋਕਾਂ ਨੂੰ ਉੱਲੂ ਬਣਾਉਣ ਲਈ ਕਿਸੇ ਉੱਚ ਕੋਟੀ ਦੇ ਵਿਦਵਾਨ ਬ੍ਰਾਹਮਣ ਨੇ ਸਭ ਕੁਝ ਆਪ ਹੀ ਲਿਖ ਕੇ ਦੈਵੀ ਸ਼ਕਤੀਆਂ ਦੇ ਮੂੰਹ ਵਿੱਚ ਤਾਂ ਨਹੀਂ ਪਾ ਦਿੱਤਾ ਸੀ। ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਪੰਨਾ 304। ਅਰਥ, ਨਾਨਕ ਆਖ ਕੇ ਸੁਣਾਉਂਦਾ ਹੈ। ਭਾਵ ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ, ਗੁਰਸਿੱਖਾਂ ਲਈ ਪਹਿਲਾ ਆਗਮ ਸ਼ਾਸਤਰ ਨਿਗਮ ਵੇਦ ਇਹੀ ਹੈ ਕਿ ਪੂਰੇ ਗੁਰੂ ਦਾ ਬਚਨ ਹੀ ਸਭ ਤੋਂ ਵਧੇਕ ਪ੍ਰਮਾਣਿਕ ਹੈ। ਵੇਦ ਬਾਣੀ ਗੁਰੂ ਦੇ ਬਚਨ ਤੋਂ ਹੇਠਾਂ ਹੈ। ਗੁਰਮਤਿ ਸਿਧਾਂਤ ਦੇ ਹਰ ਪੱਖ ਨੂੰ ਸਪਸ਼ਟ ਕਰਨ ਲਈ ਇੰਨੇ ਜ਼ਿਆਦਾ ਸ਼ਬਦ ਲਿਖਣ ਦੀ ਖੇਚਲ ਕਰਨ ਤੋਂ ਗੁਰਦੇਵ ਜੀ ਦਾ ਮੰਤਵ ਕੀ ਸੀ? ਇਹ ਪ੍ਰਸ਼ਨ ਸਾਡੇ ਮਨਾਂ ਵਿੱਚ ਸ਼ਾਇਦ ਕਦੇ ਉਪਜਿਆ ਹੀ ਨਹੀਂ ਕਿ ਇਸ ਮਹਾਨ ਖੇਚਲ ਦੇ ਪਿੱਛੇ ਗੁਰਦੇਵ ਜੀ ਦੀ ਕੋਈ ਸਦਰ ਤਾਂ ਨਹੀਂ ਲੁਕੀ ਹੋਈ, ਕਿ ਉਹਨਾਂ ਦੀ ਦਿਲੀ ਸਦਰ ਇਹ ਤਾਂ ਨਹੀਂ ਕਿ ਗੁਰਸਿੱਖ ਗੁਰਮਤਿ ਗਿਆਨ ਦੇ ਹਰ ਇੱਕ ਪੱਖ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲਵੇ। ਕਿ ਸਾਨੂੰ ਕਦੇ ਇਹ ਅਹਿਸਾਸ ਵੀ ਹੋਇਆ ਸੀ ਕਿ ਵੇਦਾਂ ਸ਼ਾਸਤਰਾਂ ਬਾਰੇ ਬਣੇ ਭਰਮ ਨੂੰ ਕੱਢਣ ਵਾਸਤੇ ਇੰਨੇ ਅਥਵਾ ਇਹਨਾਂ ਨਾਲੋਂ ਵੀ ਵੱਧ ਸ਼ਬਦਾਂ ਵਿੱਚ ਇਹਨਾਂ ਬ੍ਰਾਹਮਣੀ ਧਰਮ ਗ੍ਰੰਥਾਂ ਦਾ ਜ਼ਿਕਰ ਕੀਤਾ ਹੋਵੇਗਾ ਕਿ ਕਿਤੇ ਅਸੀਂ ਅਕਿਰਤ ਘਣਤਾ ਨਹੀਂ ਹਾਂ, ਕਿਤੇ ਇਹ ਭਾਣਾ ਤਾਂ ਨਹੀਂ ਵਰਤ ਗਿਆ ਕਿ ਅਸੀਂ ਵਿਪਰਨਿਕੀ ਰੀਤ ਦੇ ਧਾਰਨੀ ਹੋਣਾ ਚੱਲ ਚੁੱਕੇ ਹਾਂ, ਕਿ ਅਸੀਂ ਹੁਣ ਇਸ ਬ੍ਰਾਹਮਣੀ ਮਾਇਆ ਜਾਲ ਵਿੱਚੋਂ ਨਿਕਲ ਨਹੀਂ ਸਕਦੇ। ਕਿਉਂ ਨਹੀਂ? ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਰਹਾਓ। ਪੰਨਾ 488। ਮਿਲਦਿਆਂ ਢਿੱਲ ਨਾ ਹੋਵਈ। ਪੰਨਾ 594। ਆਓ ਰਲ ਮਿਲ ਕੇ ਆਪਾ ਫਰੋਲੀਏ ਅਤੇ ਸਤਿਗੁਰਾਂ ਅੱਗੇ ਜੋਦੜੀ ਕਰੀਏ ਕਿ ਹੇ ਸੱਚੇ ਪਾਤਸ਼ਾਹ ਜੀਓ, ਸਾਨੂੰ ਸਾਡੀ ਭੈੜੀ ਮੱਤ ਤੋਂ ਛੁਟਕਾਰਾ ਦਿਵਾਓ। ਮੱਤੜੀ ਕਾਂਡਕ ਆ ਪਾਵ ਧਵੰਦੇ ਪੀਵ ਸਾਂ, ਮੂੰਹ ਤਨ ਪ੍ਰੇਮ ਅਥਾ ਪਸਣ ਕੂ ਸੱਚਾ ਧਣੀ। ਪੰਨਾ 1099। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਪੰਜਵੇਂ ਭਾਗ ਦਾ ਤੀਜਾ ਅਤੇ ਚੌਥਾ ਕਾਂਡ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।